ਵੈਲਕਮ ਬੈਕ ਸਟੂਡੈਂਟਸ। ਅੱਜ ਅਸੀਂ ਆਪਣੇ ਸਿਲੇਬਸ ਦੇ 7ਵੇਂ ਐਸੇ ਦਾ ਸਟੋਰੀ ਆਫ ਮਾਈ ਲਾਈਫ ਦੇ ਕੰਪਰੀਹੈਂਸ਼ਨਸ ਦੇ ਕੁਐਸਚਨ ਆਨਸਰਸ ਅਤੇ ਕੁਝ ਐਕਸਰਸਾਈਜ਼ਸ ਦੇ ਸੋਲੂਸ਼ਨਸ ਡਿਸਕਸ ਕਰਾਂਗੇ। ਤਾਂ ਸਟੂਡੈਂਟਸ ਮੈਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਇਹ ਵਾਲੀ ਵੀਡੀਓ ਦੇਖਣ ਤੋਂ ਪਹਿਲਾਂ ਮੇਰੀ ਦਾ ਸਟੋਰੀ ਆਫ ਮਾਈ ਲਾਈਫ ਤੇ ਬਣੀ ਹੋਈ ਕੰਪਲੀਟ ਐਕਸਪਲੇਨੇਸ਼ਨ ਦੀ ਵੀਡੀਓ ਜ਼ਰੂਰ ਦੇਖੋ, ਜਿਸ ਦਾ ਲਿੰਕ ਮੈਂ ਉੱਪਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਸਟੂਡੈਂਟਸ, ਅੱਜ ਵਾਲੇ ਵੀਡੀਓ ਦੇ ਕੁਐਸਚਨ ਆਨਸਰਸ ਅਤੇ ਕੰਪਰੀਹੈਂਸ਼ਨਸ ਨੂੰ ਸਮਝਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੇਰਾ ਪਿਛਲਾ ਵੀਡੀਓ ਜ਼ਰੂਰ ਦੇਖੋ, ਕਿਉਂਕਿ ਉਸ ਵੀਡੀਓ ਨੂੰ ਦੇਖਣ ਦੇ ਨਾਲ ਹੀ ਤੁਸੀਂ ਇਹਨਾਂ ਕੁਐਸਚਨ ਆਨਸਰਸ ਨੂੰ ਚੰਗੀ ਤਰ੍ਹਾਂ ਸਮਝ ਪਾਓਗੇ ਅਤੇ ਤਾਂ ਹੀ ਐਕਸਰਸਾਈਜ਼ ਦੇ ਸੋਲੂਸ਼ਨ ਦੇ ਪਾਓਗੇ। ਪਰ ਜਿਹੜੇ ਬੱਚਿਆਂ ਨੇ ਮੇਰਾ ਇਹ ਵੀਡੀਓ ਦੇਖਿਆ ਹੋਇਆ ਹੈ ਉਹ ਅੱਜ ਦੀ ਵੀਡੀਓ ਨੂੰ ਕੰਟੀਨਿਊ ਕਰ ਸਕਦੇ ਨੇ। ਤਾਂ ਜਿਸ ਤਰ੍ਹਾਂ ਬੱਚੇ ਤੁਸੀਂ ਦੇਖ ਰਹੇ ਹੋ ਕਿ ਕੰਪਰੀਹੈਂਸ਼ਨ ਦੇ ਅਸੀਂ ਅੱਜ ਸ਼ਾਰਟ ਆਨਸਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ। ਤਾਂ ਇਸ ਦੇ ਵਿੱਚ ਤੁਹਾਨੂੰ ਟੋਟਲ 10 ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ। 8 ਤੁਸੀਂ ਇੱਥੇ ਦੇਖ ਰਹੇ ਹੋ ਤੇ 2 ਨੀਚੇ ਹੋਰ ਨੇ, ਤਾਂ ਟੋਟਲ 10 ਕੁਐਸਚਨਸ ਨੇ। ਮੈਂ ਇਹਨਾਂ ਨੂੰ ਇੱਕ PDF ਫਾਈਲ ਦੀ ਸ਼ੇਪ ਵਿੱਚ ਤਿਆਰ ਕੀਤਾ ਹੈ। ਤਾਂ ਤੁਸੀਂ ਜਿਸ ਤਰ੍ਹਾਂ ਦੇਖ ਪਾ ਰਹੇ ਹੋ, ਇਹ PDF ਫਾਈਲ ਦੇ ਵਿੱਚ ਤੁਹਾਡੇ ਸਾਰੇ ਕੁਐਸਚਨ ਆਨਸਰਸ ਮੈਨੇ ਪਾਏ ਹੋਏ ਨੇ। ਤਾਂ ਅਸੀਂ ਪਹਿਲਾ ਕੁਐਸਚਨ ਡਿਸਕਸ ਕਰਦੇ ਹਾਂ ਕਿ ਹੂ ਵਾਜ਼ ਐਨ ਮੈਨਸਫੀਲਡ ਸੁਲੇਵਾਨ। ਤਾਂ ਚੈਪਟਰ ਦੇ ਸ਼ੁਰੂ ਦੇ ਵਿੱਚ ਹੀ ਬੱਚਿਓ ਇਹ ਜ਼ਿਕਰ ਆ ਜਾਂਦਾ ਹੈ ਕਿ ਐਨ ਸੁਲੀਵਾਨ ਮੈਨਸਫੀਲਡ ਸੁਲੀਵਾਨ ਕੌਣ ਸੀ। ਤੁਹਾਨੂੰ ਪਤਾ ਹੈ ਬੱਚਿਓ, ਇਹ ਐਨ ਮੈਨਸਫੀਲਡ ਸੁਲੀਵਾਨ ਹੈਲਨ ਕੈਲਰ ਦੀ ਟੀਚਰ ਸੀ, ਜੋ ਉਹਨਾਂ ਨੂੰ ਉਹਨਾਂ ਦੇ ਘਰ ਪੜ੍ਹਾਉਣ ਆਈ ਸੀਗੀ। ਤਾਂ ਅਸੀਂ ਉਹਦਾ ਆਂਸਰ ਇਹੀ ਲਿਖਿਆ ਹੈ ਕਿ ਐਨ ਮੈਨਸਫੀਲਡ ਸੁਲੀਵਾਨ ਵਾਜ਼ ਹੈਲਨਸ ਟੀਚਰ। ਬੜਾ ਹੀ ਸਿੰਪਲ ਜਿਹਾ ਆਂਸਰ ਹੈ ਤੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬੱਚਿਓ। ਇਹ ਆਮ ਤੌਰ ਤੇ ਪੇਪਰ ਦੇ ਵਿੱਚ ਆ ਜਾਂਦਾ, ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਸਪੈਲਿੰਗਸ ਐਨ ਮੈਨਸਫੀਲਡ ਸੁਲੀਵਾਨ ਦੇ ਇੱਕ ਦੋ ਵਾਰੀ ਪਾ ਕੇ ਜ਼ਰੂਰ ਲਿਖ ਲੈਣੇ ਨੇ। ਦੂਸਰਾ ਕੁਐਸਚਨ ਹੈ, ਵਟ ਵਾਜ਼ ਸਮਥਿੰਗ ਅਨਯੂਜ਼ੁਅਲ ਹੈਪਨਿੰਗ ਐਟ ਦ ਨਰੇਟਰਸ ਹੋਮ। ਕੀ ਅਨਯੂਜ਼ੁਅਲ, ਕੀ ਅਜੀਬ ਜਿਹਾ ਵਾਪਰ ਰਿਹਾ ਸੀ ਨਰੇਟਰ ਦੇ ਘਰ। ਨਰੇਟਰ ਦਾ ਮਤਲਬ ਸਾਡਾ ਜੋ ਆਥਰ ਹੈ, ਲੇਖਕ ਹੈ, ਉਸਦੇ ਘਰ ਕੀ ਅਜੀਬ ਜਿਹਾ ਵਾਪਰ ਰਿਹਾ ਸੀ, ਸਮਥਿੰਗ। ਤਾਂ ਤੁਹਾਨੂੰ ਪਤਾ ਬੱਚਿਓ, ਜਿਸ ਦਿਨ ਐਨ ਮੈਨਸਫੀਲਡ ਸੁਲੇਵਾਨ ਹੈਲਨ ਕੈਲਰ ਦੇ ਘਰ ਆਈ ਸੀ, ਤਾਂ ਉਸ ਦਿਨ ਹੈਲਨ ਕੈਲਰ ਨੇ ਇਹ ਦੇਖਿਆ ਕਿ ਉਹਨਾਂ ਦੀ ਮਾਤਾ ਬੜੀ ਹੀ ਤੇਜ਼ੀ ਦੇ ਨਾਲ ਕਦੇ ਇੱਧਰ ਜਾ ਰਹੇ ਨੇ, ਕਦੇ ਉੱਧਰ ਜਾ ਰਹੇ ਨੇ, ਕੁਝ ਇੰਸਟਰਕਸ਼ਨਸ ਦੇ ਰਹੇ ਨੇ। ਤਾਂ ਹੈਲਨ ਆਪ ਤਾਂ ਵੈਸੇ ਦੇਖ ਨਹੀਂ ਸੀ ਸਕਦੀ, ਲੇਕਿਨ ਉਸ ਨੂੰ ਇਹ ਸਾਰੀਆਂ ਗੱਲਾਂ ਮਹਿਸੂਸ ਹੋਈਆਂ, ਤਾਂ ਉਹੀ ਅਨਯੂਜ਼ੁਅਲ ਹੈਪਨਿੰਗ ਸੀ। ਤਾਂ ਅਸੀਂ ਆਂਸਰ ਇਹ ਲਿਖਿਆ ਬੱਚਿਓ, ਹੈਲਨਸ ਮਦਰ ਵਾਜ਼ ਹਰਿੰਗ ਟੂ ਐਂਡ ਫਰੋ ਇਨ ਦਾ ਹਾਊਸ। ਸਿੰਪਲ ਆਂਸਰ ਹੈ ਕਿ ਹੈਲਨ ਦੀ ਮਾਤਾ ਜੀ ਬੜੀ ਤੇਜ਼ੀ ਦੇ ਨਾਲ ਇੱਧਰ ਉੱਧਰ ਘਰ ਦੇ ਵਿੱਚ ਜਾ ਰਹੇ ਸੀ। ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਬੱਚਿਓ ਕਿ ਟੂ ਐਂਡ ਫਰੋ ਇੱਕ ਫਰੇਜ਼ ਹੈ, ਇਹ ਇਕੱਠਾ ਹੀ ਆਉਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਇੱਧਰ ਉੱਧਰ, ਅੱਗੇ ਪਿੱਛੇ, ਇਸ ਤਰ੍ਹਾਂ ਇਕੱਠਾ ਆਉਂਦਾ ਹੈ। ਥਰਡ ਕੁਐਸਚਨ, what was the narrator doing while sitting on the steps। ਤਾਂ ਚੈਪਟਰ ਦੇ ਸ਼ੁਰੂ ਵਿੱਚ ਮੈਂ ਤੁਹਾਨੂੰ ਦੱਸਿਆ ਸੀ, ਐਕਸਪਲੇਨ ਕਰਦੇ ਹੋਏ, ਕਿ ਲੇਖਕ ਸਾਡੀ ਹੈਲਨ ਕੈਲਰ, ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਕੁਝ ਅਜੀਬ ਜੀ ਗੱਲ ਹੋ ਰਹੀ ਹੈ, ਘਰ 'ਚ ਕੁਝ ਵਾਪਰਨ ਵਾਲਾ ਹੈ। ਤਾਂ ਉਹ ਬੇਚੈਨ ਜੀ ਹੋ ਗਈ, ਤਾਂ ਉਹ ਆਪਣੇ ਘਰ ਦੀਆਂ ਪੋਰਚ ਦੀਆਂ ਪੌੜੀਆਂ ਉੱਤੇ ਬੈਠ ਗਈ ਅਤੇ ਫਿਰ ਉਹ ਕੁਛ ਉਹ ਕਿਸ ਦੀ ਵੇਟ ਕਰਨ ਲੱਗੀ। ਤਾਂ ਕੁਐਸਚਨ ਉਹਦੇ ਬਾਰੇ ਹੀ ਹੈ ਕਿ ਨਰੇਟਰ, ਲੇਖਕ, ਸਟੈਪਸ ਦੇ ਉੱਪਰ ਕੀ ਕਰ ਰਹੀ ਸੀ। ਉਹ ਬੈਠੀ ਸੀ ਤੇ ਕੀ ਕਰ ਰਹੀ ਸੀ, ਬੈਠੀ ਕੀ ਕਰ ਰਹੀ ਸੀ। ਕੁਐਸਚਨ ਇਹ ਹੈ, ਵਟ ਵਾਜ਼ ਦ ਨਰੇਟਰ ਡੂਇੰਗ ਵਾਈਲ ਸਿਟਿੰਗ ਔਨ ਦਾ ਸਟੈਪਸ। ਸਟੈਪਸ ਇੱਥੇ ਬੱਚਿਓ ਪੌੜੀਆਂ ਨੂੰ ਕਿਹਾ ਗਿਆ, ਪੋਰਚ ਦੀਆਂ ਪੌੜੀਆਂ ਨੂੰ। ਆਂਸਰ ਹੈ ਜੀ, ਦ ਨਰੇਟਰ ਵਾਜ਼ ਵੇਟਿੰਗ ਵਾਈਲ ਸਿਟਿੰਗ ਔਨ ਦਾ ਸਟੈਪਸ। ਤਾਂ ਨਰੇਟਰ ਜਿਹੜੀ ਸੀ ਉਹ ਵੇਟ ਕਰ ਰਹੀ ਸੀ ਕਿ ਜੋ ਅਜੀਬ ਜੀ ਗੱਲ ਹੋਣ ਵਾਲੀ ਹੈ, ਦੇਖੀਏ ਕਿ ਕੀ ਹੁੰਦੀ ਹੈ। ਦ ਨਰੇਟਰ ਵਾਜ਼ ਵੇਟਿੰਗ, ਤਾਂ ਉਹ ਇੰਤਜ਼ਾਰ ਕਰ ਰਹੀ ਸੀ, ਵਾਈਲ ਸਿਟਿੰਗ ਔਨ ਦਾ ਸਟੈਪਸ, ਪੌੜੀਆਂ ਦੇ ਉੱਪਰ ਬੈਠ ਕੇ। ਫੋਰਥ ਕੁਐਸਚਨ ਹੈ ਜੀ ਕਿ ਵਟ ਵਾਜ਼ ਦ ਵਰਡਲੈਸ ਕ੍ਰਾਈ ਆਫ ਦ ਨਰੇਟਰਸ ਸੋਲ। ਤਾਂ ਚੈਪਟਰ ਨੇ ਐਕਸਪਲੇਨ ਕਰਦੇ ਹੋਏ ਬੱਚੇ ਨੂੰ ਦੱਸਿਆ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਨਰੇਟਰ ਦੀ ਆਪਣੀ ਟੀਚਰ ਦੇ ਨਾਲ ਮੁਲਾਕਾਤ ਨਹੀਂ ਸੀ ਹੋਈ, ਤਾਂ ਉਸਨੂੰ ਆਪਣੀ ਲਾਈਫ ਬੜੀ ਹੀ ਇਸ ਤਰ੍ਹਾਂ ਦੀ ਲੱਗ ਰਹੀ ਸੀ ਜਿਸ ਦੀ ਕੋਈ ਡਾਇਰੈਕਸ਼ਨ ਨਹੀਂ ਹੈ, ਬਿਲਕੁਲ ਉਸ ਸ਼ਿਪ ਦੀ ਤਰ੍ਹਾਂ ਜੋ ਕਿ ਭਟਕ ਜਾਂਦਾ ਹੈ ਆਪਣੇ ਰਸਤੇ ਤੋਂ। ਤਾਂ ਉਸਨੇ ਬੜੇ ਵਧੀਆ ਵਰਡਸ ਦੇ ਨਾਲ, ਹੈਲਨ ਕੈਲਰ ਨੇ ਆਪਣੀ ਉਹ ਜੋ ਜੋ ਉਹਦੀ ਕੰਡੀਸ਼ਨ ਹੈ ਉਸ ਟਾਈਮ ਦੀ, ਉਸ ਨੂੰ ਬਿਆਨ ਕੀਤਾ ਹੈ। ਤੇ ਉਸੇ ਪੈਰੇ ਦੇ ਵਿੱਚ ਉਸਨੇ ਸਾਨੂੰ ਦੱਸਿਆ ਸੀ ਕਿ ਉਸਦੀ ਜਿਹੜੀ ਆਤਮਾ ਹੈ, ਸੋਲ ਦਾ ਮਤਲਬ ਇੱਥੇ ਆਤਮਾ ਤੋਂ ਲਿਆ ਗਿਆ ਬੱਚਿਓ, ਤਾਂ ਉਸਦੀ ਜਿਹੜੀ ਆਤਮਾ ਹੈ ਉਹ ਕਿਸ ਤਰ੍ਹਾਂ ਦੀ ਕ੍ਰਾਈ ਕਰ ਰਹੀ ਸੀ, ਉਹ ਕਿਸ ਤਰ੍ਹਾਂ ਚੀਖ ਪੁਕਾਰ ਕਰ ਰਹੀ ਸੀ, ਜਿਸ ਦੇ ਜਿਹੜੇ ਕਿ ਨਿਸ਼ਬਦ ਸੀਗੇ, ਵਰਡਲੈਸ। ਕਿਉਂਕਿ ਬੱਚੇ ਤੁਹਾਨੂੰ ਪਤਾ ਨਾ ਕਿ ਉਸ ਟਾਈਮ ਨਰੇਟਰ ਨੂੰ ਲਿਖਣਾ ਪੜ੍ਹਨਾ ਨਹੀਂ ਸੀ ਆਉਂਦਾ, ਤਾਂ ਉਸਨੂੰ ਵਰਡਸ ਦਾ ਤਾਂ ਪਤਾ ਹੀ ਨਹੀਂ ਸੀ ਕਿ ਦੁਨੀਆ 'ਚ ਵਰਡਸ ਹੈਗੇ ਵੀ ਹੈ। ਤਾਂ ਉਸਦੀ ਸੋਲ ਕੀ ਚੀਖ ਪੁਕਾਰ ਕਰ ਰਹੀ ਸੀ, ਬਿਨਾਂ ਸ਼ਬਦਾਂ ਵਾਲੀ ਚੀਖ ਪੁਕਾਰ ਕਿਸ ਤਰ੍ਹਾਂ ਦੀ ਕਰ ਰਹੀ ਸੀ ਉਹ। ਤਾਂ ਉਹ ਚਾਹੁੰਦੀ ਸੀ ਬੱਚਿਓ ਐਜੂਕੇਸ਼ਨ,
ਤਾਂ ਇਸੇ ਕਰਕੇ ਉਹ ਕਹਿ ਰਹੀ ਸੀ ਆਂਸਰ ਆਪਾਂ ਇਹੀ ਲਿਖਿਆ ਲਾਈਟ ਗਿਵ ਮੀ ਲਾਈਟ। ਤਾਂ ਬੱਚਿਓ ਤੁਸੀਂ ਇਸਨੂੰ ਇਸੇ ਤਰ੍ਹਾਂ ਹੀ ਯਾਦ ਕਰਨਾ ਹੈ, ਇਸ ਲਾਈਨ ਨੂੰ ਪੂਰੀ ਤਰ੍ਹਾਂ ਤੁਸੀਂ ਲਿਖ ਕੇ ਦੇਖ ਲੈਣਾ। ਲਾਈਟ ਤੋਂ ਬਾਅਦ ਸਾਈਨ ਆਫ ਐਕਸਕਲੇਮੇਸ਼ਨ, ਇਸ ਤਰ੍ਹਾਂ ਗਿਵ ਮੀ ਲਾਈਟ ਤੋਂ ਬਾਅਦ ਸਾਈਨ ਆਫ ਐਕਸਪਲੇਨੇਸ਼ਨ, ਦੋਨੋਂ ਨੂੰ ਆਪਾਂ ਕੋਟਸ 'ਚ ਪਾਉਣਾ ਹੈ। ਤਾਂ ਉਹ ਲਾਈਟ ਦੀ ਮੰਗ ਕਰ ਰਹੀ ਸੀ, ਉਸਦੀ ਜਿਹੜੀ ਆਤਮਾ ਹੈ। ਲਾਈਟ ਦਾ ਮਤਲਬ ਇੱਥੇ ਤੁਹਾਨੂੰ ਮੈਂ ਦੱਸਿਆ ਸੀ ਬੱਚਿਓ, ਉਹ ਐਜੂਕੇਸ਼ਨ ਤੋਂ ਹੈ, ਕਿ ਉਸਨੂੰ ਐਜੂਕੇਸ਼ਨ ਚਾਹੀਦੀ ਹੈ। ਉਹ ਚਾਹੁੰਦੀ ਹੈ ਕਿ ਮੈਨੂੰ ਕੋਈ ਡਾਇਰੈਕਸ਼ਨ ਮਿਲੇ ਮੇਰੀ ਲਾਈਫ ਨੂੰ, ਤਾਂ ਕਿ ਮੇਰੀ ਲਾਈਫ ਸਫਲ ਹੋ ਜੇ। ਤਾਂ ਉਹੀ ਪਰਮਾਤਮਾ ਨੂੰ ਬਾਰ-ਬਾਰ ਕਹਿ ਰਹੀ ਸੀ ਕਿ ਲਾਈਟ ਗਿਵ ਮੀ ਲਾਈਟ। ਤਾਂ ਇਹ ਵਾਲੀ ਸੀ ਵਾਸ ਦਾ ਵਰਡਲੈਸ ਕ੍ਰਾਈ ਆਫ ਦਾ ਨਰੇਟਰ ਸੋਲ। ਤਾਂ ਲੇਖਿਕਾ ਦੀ ਜਿਹੜੀ ਸੋਲ ਹੈ, ਉਹਦੀ ਆਤਮਾ ਦੀ ਜਿਹੜੀ ਵਰਡਲੈਸ ਕ੍ਰਾਈ, ਜੋ ਬਿਨਾਂ ਸ਼ਬਦ ਵਾਲੀ ਕ੍ਰਾਈ ਸੀ, ਚੀਖ ਪੁਕਾਰ ਸੀ, ਉਹੀ ਸੀ ਕਿ ਲਾਈਟ ਗਿਵ ਮੀ ਲਾਈਟ। ਨੈਕਸਟ ਕੁਐਸਚਨ ਵੀ ਬੱਚਿਓ ਬਹੁਤ ਇੰਪੋਰਟੈਂਟ ਹੈ, ਐਗਜ਼ਾਮ 'ਚ ਕਈ ਵਾਰੀ ਆ ਜਾਂਦਾ ਹੈ ਕਿ ਹੂ ਹੈਡ ਸੈਂਟ ਦਾ ਡੋਲ ਫॉर ਦਾ ਨਰੇਟਰ। ਲੇਖਿਕਾ ਦੇ ਲਈ ਡੋਲ ਕਿਸਨੇ ਭੇਜੀ ਸੀ? ਕਿਸਦੇ ਹੱਥ? ਉਸਦੀ ਟੀਚਰ ਦੇ ਹੱਥ। ਤਾਂ ਉਸਦੀ ਟੀਚਰ ਤੁਹਾਨੂੰ ਪਤਾ ਬੱਚਿਓ, ਜਦੋਂ ਐਨ ਸੁਲੇਵਾਨ ਆਈ ਸੀ ਤਾਂ ਉਹ ਆਪਣੇ ਨਾਲ ਇੱਕ ਡੋਲ ਲੈ ਕੇ ਆਈ ਸੀ ਨਰੇਟਰ ਦੇ ਲਈ, ਹੈਲਨ ਕੈਲਰ ਦੇ ਲਈ। ਕੁਐਸਚਨ ਇਹ ਹੈ ਕਿ ਕਿਸਨੇ ਭੇਜੀ ਸੀਗੀ ਉਹ ਡੋਲ? ਤੇ ਆਂਸਰ ਆਪਾਂ ਬੱਚਿਓ ਸਾਰਾ ਚੈਪਟਰ ਪੜ੍ਹਿਆ ਹੈ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੋਏਗਾ। The little blind children of the Perkins Institution had sent the doll for the narrator। ਤਾਂ ਬੱਚਿਓ ਮੈਂ ਤੁਹਾਨੂੰ ਚੈਪਟਰ ਐਕਸਪਲੇਨ ਕਰਦੇ ਹੋਏ ਦੱਸਿਆ ਸੀ ਕਿ ਐਨ ਮੇਨਸਫੀਲਡ ਸੁਲੇਵਾਨ ਇਸੇ ਪਰਕਿੰਸ ਇੰਸਟੀਟਿਊਸ਼ਨ ਦੇ ਵਿੱਚ ਪਹਿਲਾਂ ਪੜ੍ਹੀ ਸੀ ਤੇ ਬਾਅਦ ਵਿੱਚ ਉਹ ਇਸ ਇੰਸਟੀਟਿਊਸ਼ਨ ਦੇ ਵਿੱਚ ਟੀਚਰ ਵੀ ਸੀ। ਤਾਂ ਜਦੋਂ ਉੱਥੇ ਉਹ ਟੀਚਿੰਗ ਕਰ ਰਹੇ ਸੀ ਉਸ ਇੰਸਟੀਟਿਊਸ਼ਨ ਦੇ ਵਿੱਚ, ਤਾਂ ਉਹਨਾਂ ਦੇ ਜਿਹੜੇ ਹੈੱਡ ਹੈ, ਉਸ ਇੰਸਟੀਟਿਊਸ਼ਨ ਦੇ ਜੋ ਹੈੱਡ ਸੀਗੇ, ਉਹਨਾਂ ਨੂੰ ਰਿਕੁਐਸਟ ਗਈ ਸੀ ਹੈਲਨ ਕੈਲਰ ਦੇ ਪੇਰੈਂਟਸ ਵੱਲੋਂ ਕਿ ਸਾਡੀ ਆਪਣੀ ਲੜਕੀ ਦੇ ਲਈ ਕੋਈ ਟੀਚਰ ਤੁਸੀਂ ਸਾਨੂੰ ਭੇਜੋ। ਤਾਂ ਫਿਰ ਦਾ ਪਰਕਿੰਸ ਇੰਸਟੀਟਿਊਸ਼ਨ ਦੇ ਹੈੱਡ ਨੇ ਐਨ ਮੇਨਸਫੀਲਡ ਸੁਲੇਵਾਨ ਨੂੰ ਭੇਜਿਆ ਤਾਂ ਕਿ ਉਹ ਹੈਲਨ ਕੈਲਰ ਨੂੰ ਉਹਨਾਂ ਦੇ ਘਰ ਜਾ ਕੇ ਪੜ੍ਹਾ ਸਕਣ। ਹੁਣ ਉਸ ਇੰਸਟੀਟਿਊਸ਼ਨ ਦੇ ਵਿੱਚ ਬੱਚਿਓ ਛੋਟੇ ਬੱਚੇ ਪੜ੍ਹਦੇ ਸੀ ਜੋ ਕਿ ਬਲਾਈਂਡ ਸੀ, ਅੰਨੇ ਸੀ, ਉਹ ਦੇਖ ਨਹੀਂ ਸੀ ਸਕਦੇ। ਤਾਂ ਮੈਨਸਫੀਲਡ ਨੂੰ ਬਹੁਤ ਜ਼ਿਆਦਾ ਤਜਰਬਾ ਸੀ ਅੰਨੇ ਬੱਚਿਆਂ ਨੂੰ ਪੜ੍ਹਾਉਣ ਦਾ, ਇਸੇ ਕਰਕੇ ਉਹਨਾਂ ਨੂੰ ਭੇਜਿਆ ਗਿਆ ਸੀ। ਤਾਂ ਉੱਥੋਂ ਦੇ ਬੱਚਿਆਂ ਨੇ, ਉਸ ਇੰਸਟੀਚਿਊਟ ਦੇ ਬੱਚਿਆਂ ਨੇ ਨਰੇਟਰ ਦੇ ਲਈ ਉਹ ਡੋਲ ਭੇਜੀ ਸੀ। ਉਸ ਡੋਲ ਨੂੰ ਬਹੁਤ ਵਧੀਆ ਡਰੈਸ ਪਹਿਨਾਈ ਸੀ ਐਨ ਮਿੰਸਫੀਲਡ ਸੁਲੇਵਾਨ ਦੀ ਇੱਕ ਫਰੈਂਡ ਸੀ, ਲੌਰਾ ਬ੍ਰਿਗਮੈਨ, ਜੋ ਕਿ ਉਹਨਾਂ ਦੀ ਕਿਸੇ ਟਾਈਮ ਟੀਚਰ ਵੀ ਰਹੀ ਸੀ। ਤਾਂ ਉਸ ਦੀ ਡਰੈਸਅਪ ਉਹਨਾਂ ਨੇ ਕੀਤੀ ਸੀ ਤੇ ਉਹ ਜਿਹੜੀ ਡੋਲ ਸੀ ਫਿਰ ਉਹਨਾਂ ਨੇ ਆ ਕੇ ਲਿਆ ਕੇ ਹੈਲਨ ਕੈਲਰ ਨੂੰ ਦਿੱਤੀ ਸੀ। ਮੈਂ ਤੁਹਾਨੂੰ ਉਸ ਦੀ ਇੱਕ ਵੀਡੀਓ ਵੀ ਦਿਖਾਈ ਸੀ, ਤੁਹਾਨੂੰ ਯਾਦ ਹੋਣਾ। ਸਿਕਸਥ ਕੁਐਸਚਨ ਹੈ ਬੱਚਿਓ, ਹਾਊ ਡਿਡ ਦਾ ਨਰੇਟਰ ਲਰਨ ਟੂ ਸਪੈਲ ਦਾ ਵਰਡਸ। ਤਾਂ ਨਰੇਟਰ ਨੇ ਵਰਡਸ ਨੂੰ ਸਪੈਲ ਕਰਨਾ ਕਿਵੇਂ ਸਿੱਖਿਆ? ਹਾਊ ਦਾ ਮਤਲਬ ਕਿਵੇਂ, ਲਰਨ ਟੂ ਸਪੈਲ, ਸਪੈਲਿੰਗ ਸਿੱਖੇ ਕਿਵੇਂ ਉਸਨੇ, ਵਰਡਸ ਦੇ ਸਪੈਲਿੰਗ। ਤਾਂ ਤੁਹਾਨੂੰ ਬੱਚਿਓ ਪਤਾ ਹੈ, ਮੈਂ ਇਸ ਦੀ ਤੁਹਾਨੂੰ ਵੀਡੀਓ ਵੀ ਦਿਖਾਈ ਸੀ ਕਿ ਜਦੋਂ ਐਨ ਮੇਨਸਫੀਲਡ ਸੁਲੇਵਾਨ ਨੇ ਉਸ ਨੂੰ ਡੋਲ ਦਿੱਤੀ ਸੀ, ਤਾਂ ਡੋਲ ਨੂੰ ਦੇਣ ਲੱਗਿਆ ਹੀ ਉਹਨਾਂ ਨੇ ਡੋਲ ਦੇ ਸਪੈਲਿੰਗ ਕਿਸ ਤਰ੍ਹਾਂ ਹੁੰਦੇ ਹੈ ਤਾਂ ਉਹ ਨਰੇਟਰ ਨੂੰ ਪਾਣੇ ਸਿਖਾਏ ਸੀ। ਤਾਂ ਕਿਸ ਤਰ੍ਹਾਂ ਸਿੱਖੇ ਸੀ ਉਸਨੇ? ਫਿੰਗਰ ਪਲੇ ਦੇ ਨਾਲ। ਦੈਨ ਸ਼ੀ ਲਰਨ ਟੂ ਸਪੈਲ ਦਾ ਵਰਡਸ ਬਾਏ ਫਿੰਗਰ ਪਲੇ। ਤਾਂ ਉਸਨੇ ਕਿਵੇਂ ਸਿੱਖੇ? ਟੂ ਸਪੈਲ ਦਾ ਵਰਡਸ ਬਾਏ ਫਿੰਗਰ ਪਲੇ, ਫਿੰਗਰ ਦੇ ਨਾਲ, ਫਿੰਗਰਸ ਦੀ ਹੈਲਪ ਦੇ ਨਾਲ ਉਸਨੇ ਇਹ ਸਾਰੇ ਲੈਟਰ ਸਿੱਖੇ ਸੀ। ਸੈਵਨਥ ਕੁਐਸਚਨ, ਵਾਈ ਡਿਡ ਦਾ ਨਰੇਟਰ ਡੈਸ਼ ਦਾ ਡੋਲ ਅਪੋਨ ਦਾ ਫਲੋਰ। ਨਰੇਟਰ ਨੇ ਡੋਲ ਨੂੰ ਫਲੋਰ ਦੇ ਉੱਪਰ, ਫਰਸ਼ ਦੇ ਉੱਪਰ ਸੁੱਟ ਕੇ ਕਿਉਂ ਤੋੜ ਦਿੱਤਾ? ਡੈਸ਼ ਦਾ ਡੋਲ ਮਤਲਬ ਉਸਨੇ ਕਿਉਂ ਤੋੜਤੀ? ਫਰਸ਼ ਦੇ ਉੱਪਰ ਪਟਕਾ ਕੇ ਉਸਨੇ ਉਸ ਡੋਲ ਨੂੰ ਕਿਉਂ ਤੋੜਿਆ, ਜੋ ਡੋਲ ਉਹਨਾਂ ਦੀ ਟੀਚਰ ਉਹਦੇ ਲਈ ਲੈ ਕੇ ਆਈ ਸੀ। ਤਾਂ ਤੁਹਾਨੂੰ ਬੱਚਿਓ ਮੈਂ ਐਕਸਪਲੇਨ ਕਰਦੇ ਹੋਏ ਦੱਸਿਆ ਸੀ ਕਿ ਨਰੇਟਰ ਨੇ ਇਹ ਇੰਸੀਡੈਂਟ ਹੋਣ ਤੋਂ ਪਹਿਲਾਂ ਮੱਗ ਤੇ ਵਾਟਰ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਹੈਲਨ ਕੈਲਰ ਨੂੰ। ਦੋਨਾਂ ਵਰਡਸ ਦੇ ਨਾਲ ਹੈਲਨ ਕਨਫਿਊਜ਼ ਹੋ ਗਈ ਸੀ, ਕਿਉਂਕਿ ਉਸਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੱਗ ਦੇ ਵਿੱਚ ਜੋ ਵਾਟਰ ਹੈ ਤੇ ਦੂਸਰਾ ਵਰਡ ਜੋ ਵਾਟਰ ਮੈਨੂੰ ਸਿਖਾਇਆ ਜਾ ਰਿਹਾ, ਉਹ ਬਿਲਕੁਲ ਇੱਕੋ ਹੀ ਚੀਜ਼ ਨੇ ਤੇ ਮੈਨੂੰ ਡਿਫਰੈਂਟ ਸਪੈਲਿੰਗਸ ਕਿਉਂ ਸਿਖਾਏ ਜਾ ਰਹੇ ਨੇ। ਇਸੇ ਤਰ੍ਹਾਂ ਜਦੋਂ ਉਹ ਉਸੇ ਡੋਲ ਦੇ ਨਾਲ ਸ਼ਾਮ ਨੂੰ ਖੇਲ ਰਹੀ ਹੁੰਦੀ ਹੈ ਹੈਲਨ ਕੈਲਰ, ਦੁਪਹਿਰ ਨੂੰ, ਤਾਂ ਉਸ ਟਾਈਮ ਇੱਕ ਹੋਰ ਵੱਡੀ ਡੋਲ ਲਿਆ ਕੇ ਉਹਨਾਂ ਦੀ ਟੀਚਰ ਉਹਨਾਂ ਦੀ ਲੈਬ 'ਚ ਰੱਖਦੀ ਹੈ, ਗੋਦ 'ਚ ਰੱਖਦੀ ਹੈ, ਅਤੇ ਫਿਰ ਸੇਮ ਸਪੈਲਿੰਗ ਪਾਉਣ ਦੀ ਕੋਸ਼ਿਸ਼ ਕਰਕੇ ਉਹ ਸਮਝਾਉਣਾ ਚਾਹੁੰਦੀ ਹੈ ਕਿ ਦੋਨੇ ਡੋਲਸ ਇੱਕੋ ਹੀ ਹੈ। ਲੇਕਿਨ ਫਿਰ ਹੈਲਨ ਕੈਲਰ ਕਿਉਂਕਿ ਸਵੇਰ ਦੀ ਪਹਿਲਾਂ ਹੀ ਕਨਫਿਊਜ਼ ਹੈ ਅਤੇ ਬਾਅਦ 'ਚ ਉਸਨੂੰ ਫਿਰ ਉਸੇ ਤਰ੍ਹਾਂ ਦੋ ਡੋਲਸ ਲਿਆ ਕੇ ਸਪੈਲਿੰਗ ਇੱਕੋ ਵਰਗੇ ਪਾਉਣੇ ਸਿਖਾਏ ਜਾ ਰਹੇ ਨੇ। ਤਾਂ ਤੁਹਾਨੂੰ ਪਤਾ ਹੈ ਕਿ ਹੈਲਨ ਕੈਲਰ ਬਚਪਨ ਬਹੁਤ ਜ਼ਿਆਦਾ ਜ਼ਿੱਦੀ ਅਤੇ ਇੱਕਦਮ ਲੜ ਪੈਂਦੀ ਸੀ, ਚੀਜ਼ਾਂ ਵੀ ਪਟਕਾ ਪਟਕਾ ਕੇ ਮਾਰਦੀ ਸੀ। ਤਾਂ ਉਸਨੇ ਉਹੀ ਕੰਮ ਕੀਤਾ, ਉਸਨੇ ਉਸ ਕਨਫਿਊਜ਼ਨ ਦੇ ਵਿੱਚ, ਉਸ ਝੁੰਝਲਾਹਟ ਦੇ ਵਿੱਚ ਉਹ ਡੋਲ ਤੋੜ ਦਿੱਤੀ। ਤਾਂ ਅਸੀਂ ਇਹਦਾ ਆਂਸਰ ਲਿਖਾਂਗੇ ਬੱਚਿਓ, ਦਾ ਨਰੇਟਰ ਬਿਕੇਮ impatient at the repeated attempts of her teacher to teach her the difference between two words। ਤਾਂ ਲੇਖਿਕਾ ਇੰਪੇਸ਼ੈਂਟ ਹੋ ਗਈ,
ਉਹ ਝੁੰਝਲਾਹਟ 'ਚ ਆ ਗਈ, ਬੇਸਬਰੀ ਹੋ ਗਈ, ਇੰਪੇਸ਼ੈਂਟ ਦਾ ਮਤਲਬ ਬੇਸਬਰਾ ਹੋਣਾ। ਐਟ ਦ ਰਿਪੀਟਿਡ ਅਟੈਂਪਟਸ ਬਾਰ-ਬਾਰ ਯਤਨਾਂ ਦੇ ਕਰਕੇ। ਕੌਣ ਕਰ ਰਹੀ ਸੀ? ਆਫ ਆਰ ਟੀਚਰ, ਉਸਦੀ ਟੀਚਰ ਕਰ ਰਹੀ ਸੀ, ਐਂਡ ਮੇਨਸਫੀਲਡ ਸੁਲੇਵਾਨ ਕਰ ਰਹੀ ਸੀ। ਕਿਉਂ? ਟੂ ਟੀਚ ਹਰ, ਕਿ ਉਹ ਉਸਨੂੰ ਸਿਖਾ ਸਕੇ। ਕੀ ਸਿਖਾ ਸਕੇ? ਦਾ ਡਿਫਰੈਂਸ ਬਿਟਵੀਨ ਦਾ ਟੂ ਵਰਡ, ਜਿਹੜੇ ਦੋਨੇ ਸ਼ਬਦ ਹੈ ਉਹਨਾਂ ਦਾ ਡਿਫਰੈਂਸ ਸਿਖਾ ਸਕੇ। ਤਾਂ ਇਹ ਚੀਜ਼ ਉਸਦੀ ਟੀਚਰ ਵਾਰ-ਵਾਰ ਕਰ ਰਹੀ ਸੀ। ਸਵੇਰੇ ਵੀ ਉਸਨੇ ਕੀਤੀ, ਦੁਪਹਿਰੇ ਵੀ ਉਸਨੇ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਤਾਂ ਨਰੇਟਰ ਝੁੰਝਲਾਹਟ 'ਚ ਆ ਗਈ, ਉਹ ਬੇਸਬਰੀ ਹੋ ਗਈ ਤੇ ਫਿਰ ਉਸਨੇ ਕੀ ਕੀਤਾ? ਸੋ ਸ਼ੀ ਡੈਸ਼ ਦਾ ਡੋਲ ਅਪੋਨ ਦਾ ਫਲੋਰ, ਤਾਂ ਉਸਨੇ ਉਹ ਜਿਹੜੀ ਡੋਲ ਸੀ ਉਸ ਨੂੰ ਫਲੋਰ ਤੇ ਦੇ ਮਾਰਿਆ, ਫਰਸ਼ ਤੇ ਦੇ ਮਾਰਿਆ, ਜਿਸ ਦੇ ਨਾਲ ਉਹ ਸਾਰੀ ਡੋਲ ਟੁੱਟ ਗਈ। 8ਵਾਂ ਵੀ ਇੱਕ ਬੱਚਿਓ ਇੰਪੋਰਟੈਂਟ ਕੁਐਸਚਨ ਹੈ। ਇਹ ਹੈ ਕਿ ਲਿਸਟ ਦਾ ਫਿਊ ਵਰਡਸ ਦੈਟ ਦਾ ਨਰੇਟਰਸ ਟੀਚਰ ਮੇਡ ਹਰ ਲਰਨ। ਆਪਣੇ ਕੁਝ ਅਜਿਹੇ ਸ਼ਬਦਾਂ ਦੀ ਲਿਸਟ ਦੇਣੀ ਹੈ ਜੋ ਸ਼ਬਦ ਨਰੇਟਰ ਦੀ ਟੀਚਰ ਨੇ, ਲੇਖਿਕਾ ਦੀ ਟੀਚਰ ਨੇ ਉਸ ਨੂੰ ਸਿਖਾਏ ਸੀ। ਕਾਫੀ ਸਾਰੇ ਬੱਚਿਓ ਇਹ ਸ਼ਬਦਾਂ ਦਾ ਜ਼ਿਕਰ ਆਇਆ ਇਸ ਚੈਪਟਰ ਦੇ ਵਿੱਚ। ਅਸੀਂ ਚੈਪਟਰ ਨੂੰ ਪੜ੍ਹਿਆ ਹੈ ਤਾਂ ਅਸੀਂ ਉਹਨਾਂ ਦੇ ਵਿੱਚੋਂ ਹੀ ਵਰਡਸ ਲੈਣੇ। ਦਾ ਵਰਡਸ ਵਰ ਡਾਲ, ਸਭ ਤੋਂ ਪਹਿਲਾ ਵਰਡ ਤੁਹਾਨੂੰ ਪਤਾ ਹੈ ਲੇਖਿਕਾ ਨੇ ਡਾਲ ਹੀ ਸਿੱਖਿਆ ਸੀ। ਉਸ ਤੋਂ ਬਾਅਦ ਪਿਨ, ਹੈਟ, ਕੱਪ ਅਤੇ ਕੁਝ ਵਰਬ ਸਿੱਖਿਆ ਸੀ, ਕੁਝ ਕਿਰਿਆਵਾਂ ਵਾਲੇ ਸ਼ਬਦ ਸਿੱਖੇ ਸੀ, ਜਿਵੇਂ ਕਿ ਬੈਠਣਾ ਸਿਟ, ਸਟੈਂਡ ਖੜੇ ਹੋਣਾ, ਵਾਕ ਤੁਰਨਾ ਫਿਰਨਾ। ਤਾਂ ਇਹ ਸਾਰੇ ਵਰਡਸ ਦੀ ਆਪਾਂ ਲਿਸਟ ਇਸ ਆਂਸਰ ਦੇ ਵਿੱਚ ਬੱਚਿਓ ਪਾਈ ਹੈ। 9th ਕੁਐਸਚਨ ਹੈ ਬੱਚਿਓ ਕਿ ਵਟ ਡਿਡ ਦਾ ਨਰੇਟਰ ਲਰਨ ਐਟ ਦਾ ਵੈਲ ਹਾਊਸ। ਨਰੇਟਰ ਨੇ, ਲੇਖਿਕਾ ਨੇ ਵੈਲ ਹਾਊਸ, ਜਿਸ ਤੇ ਉਸ ਵੈਲ ਹਾਊਸ ਜਿੱਥੇ ਕਿ ਨਲਕਾ ਲੱਗਿਆ ਹੋਇਆ ਸੀ, ਤਾਂ ਉਹ ਵਾਲੇ ਹਿੱਸੇ ਨੂੰ ਕਿਹਾ ਗਿਆ ਬੱਚਿਓ। ਤਾਂ ਉਸ ਵੈਲ ਹਾਊਸ ਤੇ ਜਾ ਕੇ ਕੀ ਸਿੱਖਿਆ? ਤਾਂ ਬੱਚੋ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਸੀ ਲੇਖਿਕਾ ਦੀ ਜ਼ਿੰਦਗੀ ਦੇ ਵਿੱਚ। ਜਦੋਂ ਹੈਲਨ ਕੈਲਰ ਨੇ ਉਹ ਡੋਲ ਤੋੜਤੀ, ਫਿਰ ਵੀ ਟੀਚਰ ਨੇ ਗੁੱਸਾ ਨਹੀਂ ਕਰਿਆ। ਉਹ ਉਸਨੂੰ ਪਕੜ ਕੇ ਉਹ ਵੈਲ ਹਾਊਸ ਤੇ ਲੈ ਗਈ। ਵੈਲ ਹਾਊਸ ਤੇ ਲਿਜਾ ਕੇ ਉਸਨੇ ਨਲਕਾ ਗੇੜਿਆ। ਨਲਕੇ ਦੇ ਨੀਚੇ ਹੈਲਨ ਕੈਲਰ ਦਾ ਉਸਨੇ ਇੱਕ ਹੱਥ ਰੱਖਿਆ। ਜਦੋਂ ਉਸਦੇ ਹੱਥ ਦੇ ਉੱਪਰ ਪਾਣੀ ਪਿਆ ਤਾਂ ਦੂਸਰੇ ਹੱਥ ਦੇ ਉੱਪਰ ਉਸਨੇ ਉਸ ਵਾਟਰ ਦੇ ਜੋ ਸਪੈਲਿੰਗ ਸੀ ਉਸ ਦੇ ਫਿੰਗਰ ਪਲੇ ਦੇ ਨਾਲ ਉਸ ਦੇ ਉੱਪਰ ਲਿਖੇ। ਫਿਰ ਹੈਲਨ ਕੈਲਰ ਨੂੰ ਪਤਾ ਲੱਗਿਆ ਕਿ ਕਿ ਮੇਰੀ ਟੀਚਰ ਮੈਨੂੰ ਕੀ ਸਿਖਾਉਣਾ ਚਾਹੁੰਦੀ ਹੈ। ਤਾਂ ਇਹਦੀ ਸਾਰੀ ਵੀਡੀਓ ਵੀ ਬੱਚਿਓ ਮੈਂ ਤੁਹਾਨੂੰ ਦਿਖਾਈ ਸੀ, ਇਹ ਸਾਰੀ ਇੰਸੀਡੈਂਟ ਦੀ। ਤੁਸੀਂ ਉਹ ਵੀਡੀਓ ਮੇਰੇ ਪਿਛਲੇ ਲੈਕਚਰ ਦੇ ਵਿੱਚ ਦੇਖ ਸਕਦੇ ਹੋ, ਜਿਸ ਦੇ ਵਿੱਚ ਮੈਂ ਪੂਰੇ ਚੈਪਟਰ ਦੀ ਕੰਪਲੀਟ ਐਕਸਪਲੇਨੇਸ਼ਨ ਕਰਵਾਈ ਹੈ। ਤਾਂ ਉਸ ਇੰਸੀਡੈਂਟ ਤੋਂ ਹੈਲਨ ਕੈਲਰ ਨੇ ਇਹ ਸਿੱਖਿਆ ਕਿ ਹਰ ਇੱਕ ਦੁਨੀਆ ਦੇ ਵਿੱਚ ਜੋ ਚੀਜ਼ ਹੈ ਉਸਦਾ ਕੋਈ ਨਾਮ ਹੈ। ਉਸ ਤੋਂ ਪਹਿਲਾਂ ਉਸਨੇ ਸਿਰਫ ਇਮੀਟੇਸ਼ਨ ਕੀਤੀ ਸੀ, ਉਸਨੇ ਸਿਰਫ ਫਿੰਗਰ ਪਲੇ ਕੀਤਾ ਸੀ, ਉਸਨੂੰ ਸਿਰਫ ਸਪੈਲਿੰਗ ਆਉਂਦੇ ਸੀ। ਉਸਨੂੰ ਇਹ ਨਹੀਂ ਸੀ ਪਤਾ ਕਿ ਸਪੈਲਿੰਗਸ ਦੇ ਨਾਲ ਵਰਡਸ ਵੀ ਬਣਦੇ ਨੇ। ਤੇ ਫਿਰ ਉਸਨੂੰ ਪਤਾ ਲੱਗਿਆ ਕਿ ਹਰ ਇੱਕ ਚੀਜ਼ ਦਾ ਇਸ ਦੁਨੀਆ ਦੇ ਵਿੱਚ ਇੱਕ ਨਾਮ ਹੈ। ਉਹ ਉਸਨੂੰ ਅਸੀਂ ਇੰਗਲਿਸ਼ ਦੇ ਵਿੱਚ ਵਰਡ ਕਹਿੰਦੇ ਹਾਂ ਬੱਚਿਓ। ਤਾਂ ਫਿਰ ਉਸਨੂੰ ਉਸ ਦਿਨ ਉਸਨੇ ਵਰਡਸ ਨੂੰ ਇੱਕ ਨਵੇਂ ਨਜ਼ਰੀਏ ਦੇ ਨਾਲ ਦੇਖਿਆ। ਤਾਂ ਸਟੂਡੈਂਟਸ ਅਸੀਂ ਆਂਸਰ ਇਹ ਲਿਖਿਆ, ਦਾ ਨਰੇਟਰ ਲਰਨ, ਲੇਖਿਕਾ ਨੇ ਸਿੱਖਿਆ, ਦੈਟ ਐਵਰੀਥਿੰਗ ਹੈਡ ਅ ਨੇਮ, ਕਿ ਹਰ ਇੱਕ ਚੀਜ਼ ਦਾ ਕੋਈ ਨਾਮ ਹੁੰਦਾ ਹੈ। ਸਿੰਪਲ ਆਂਸਰ ਹੈ ਬੱਚਿਓ, ਜ਼ਿਆਦਾ ਘੁੰਮਣ ਘੁਮੇਰੀਆਂ 'ਚ ਪੈਣ ਦੀ ਲੋੜ ਨਹੀਂ। ਸਿੰਪਲ ਆਂਸਰ ਲਿਖੋ, ਯਾਦ ਵੀ ਰਹਿੰਦੇ ਨੇ। ਦਾ ਨਰੇਟਰ ਲਰਨ ਦੈਟ ਐਵਰੀਥਿੰਗ ਹੈਡ ਅ ਨੇਮ। ਲਾਸਟ ਕੁਐਸਚਨ ਹੈ ਬੱਚਿਓ, ਵਟ ਮੇਡ ਦਾ ਨਰੇਟਰ ਰਿਪੈਂਟ ਐਂਡ ਫੀਲ ਸੋਰੋਫੁਲ। ਤਾਂ ਕਿਹੜੀ ਚੀਜ਼ ਨੇ ਲੇਖਿਕਾ ਨੂੰ ਰਿਪੈਂਟ ਕਰਨ ਲਈ ਮਜਬੂਰ ਕਰ ਦਿੱਤਾ? ਰਿਪੈਂਟ ਦਾ ਮਤਲਬ ਕਿ ਉਸਨੂੰ ਪਛਤਾਵਾ ਹੋਇਆ, ਐਂਡ ਫੀਲ ਸੋਰੋਫੁਲ, ਅਤੇ ਉਸਨੂੰ ਦੁੱਖ ਹੋਇਆ। ਕਿਹੜੀ ਚੀਜ਼ ਹੋਈ ਸੀ? ਤਾਂ ਬੱਚਿਓ ਚੀਜ਼ ਉਹੀ ਹੋਈ ਸੀ ਜੋ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਕਿ ਵੈਲ ਹਾਊਸ ਤੇ ਜਦੋਂ ਉਸਨੂੰ ਪਤਾ ਲੱਗਿਆ ਕਿ ਟੀਚਰ ਮੈਨੂੰ ਇਹ ਸਿਖਾਉਣਾ ਚਾਹੁੰਦੀ ਹੈ ਕਿ ਹਰ ਇੱਕ ਚੀਜ਼ ਦਾ ਕੋਈ ਨਾਮ ਹੈ। ਹਰ ਇੱਕ ਇਸ ਦੁਨੀਆ ਦੇ ਵਿੱਚ ਜੋ ਵੀ ਚੀਜ਼ ਹੈ ਉਹ ਇੱਕ, ਉਸਨੂੰ ਅਸੀਂ ਇੱਕ ਵਰਡ ਦੇ ਨਾਲ ਜਾਣ ਸਕਦੇ ਹਾਂ। ਇਹੀ ਚੀਜ਼ ਮੇਰੀ ਟੀਚਰ ਮੈਨੂੰ ਸਿਖਾਉਣਾ ਚਾਹੁੰਦੀ ਸੀ, ਜਦ ਕਿ ਮੈਂ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੈਂ ਝੁੰਝਲਾਹਟ ਦੇ ਵਿੱਚ ਆ ਕੇ ਆਪਣੇ ਟੀਚਰ ਵੱਲੋਂ ਲਿਆਂਦਾ ਹੋਇਆ ਗਿਫਟ ਤੋੜਤਾ। ਤਾਂ ਆਂਸਰ ਇਹੀ ਹੈ ਬੱਚਿਓ, ਸ਼ੀ ਫੈਲਟ ਰਿਪੈਂਟੈਂਸ, ਤਾਂ ਉਸਨੂੰ ਪਛਤਾਵਾ ਹੋਇਆ, ਐਂਡ ਸੋਰੋ, ਅਤੇ ਉਸਨੂੰ ਦੁੱਖ ਮਹਿਸੂਸ ਹੋਇਆ, ਬਿਕੋਜ਼, ਕਿਉਂਕਿ ਸ਼ੀ ਹੈਡ ਡੈਸ਼ਡ ਹਰ ਟੀਚਰਸ ਗਿਫਟ ਅਪੋਨ ਦਾ ਫਲੋਰ, ਕਿਉਂਕਿ ਉਸਨੇ ਆਪਣੇ ਟੀਚਰ ਦੇ ਗਿਫਟ ਨੂੰ ਫਲੋਰ ਤੇ ਵਗਾ ਕੇ ਮਾਰਿਆ ਸੀ, ਉਸਨੂੰ ਤੋੜ ਦਿੱਤਾ ਸੀ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਆਂਸਰ ਸਮਝ ਆ ਗਏ ਹੋਣਗੇ। ਹੁਣ ਅਸੀਂ ਕੁਝ ਐਕਸਰਸਾਈਜ਼ਸ ਅਤੇ ਉਸਦੇ ਸੋਲੂਸ਼ਨਸ ਡਿਸਕਸ ਕਰਦੇ ਹਾਂ। ਡੀਅਰ ਸਟੂਡੈਂਟਸ, ਅਸੀਂ ਵੋਕੈਬਲਰੀ ਪ੍ਰੈਕਟਿਸ ਦੀ ਪਹਿਲੀ ਐਕਸਰਸਾਈਜ਼ ਕਰਨ ਜਾ ਰਹੇ ਹਾਂ। ਤਾਂ ਇਸ ਐਕਸਰਸਾਈਜ਼ ਦੇ ਵਿੱਚ ਦੋ ਤੁਹਾਡੇ ਕੋਲੇ ਬੱਚਿਓ ਬਾਕਸ ਦਿਖ ਰਹੇ ਨੇ ਤੁਹਾਨੂੰ। ਏ ਬਾਕਸ ਦੇ ਵਿੱਚ ਕੁਝ 7 ਸੈਂਟੈਂਸਿਸ ਲਿਖੇ ਹੋਏ ਨੇ ਤੇ ਬੀ ਬਾਕਸ ਦੇ ਵਿੱਚ ਤੁਹਾਨੂੰ 7 ਵਰਡਸ ਲਿਖੇ ਹੋਏ ਨੇ। ਆਪਾਂ ਪਹਿਲਾਂ ਕੁਐਸਚਨ ਪੜ੍ਹ ਲੈਂਦੇ ਹਾਂ। The question ਹੈ ਕਿ Helen Keller has written many words in this lesson that express certain feelings. ਹੈਲਨ ਕੈਲਰ ਨੇ ਬਹੁਤ ਸਾਰੇ ਵਰਡਸ ਇਸ ਲੈਸਨ ਦੇ ਵਿੱਚ ਲਿਖੇ ਨੇ ਜੋ ਖਾਸ ਤਰ੍ਹਾਂ ਦੀਆਂ ਫੀਲਿੰਗਸ ਨੂੰ, ਭਾਵਨਾਵਾਂ ਨੂੰ ਜ਼ਾਹਿਰ ਕਰਦੇ ਨੇ। ਮੈਚ ਦਾ ਫੀਲਿੰਗਸ ਇਨ ਬਾਕਸ A with the most appropriate words for them in the column B. ਅਸੀਂ ਕੀ ਕਰਨਾ ਹੈ ਕਿ ਬਾਕਸ A ਦੇ ਵਿੱਚ ਜਿਹੜੇ ਸੈਂਟੈਂਸਿਸ ਨੇ
ਜੋ ਫੀਲਿੰਗਸ ਜੋ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਉਸਦੇ ਰਿਸਪੈਕਟਿਵ ਵਰਡ ਦੇ ਨਾਲ ਐਪਰੋਪ੍ਰੀਏਟ ਵਰਡ ਦੇ ਨਾਲ ਆਪਾਂ ਨੇ ਮੈਚ ਕਰਨਾ ਹੈ। ਤਾਂ ਅਸੀਂ ਐਕਸਰਸਾਈਜ਼ ਬੱਚੇ ਸ਼ੁਰੂ ਕਰਦੇ ਹਾਂ, ਫਿਰ ਜ਼ਿਆਦਾ ਕਲੀਅਰ ਹੋ ਜਾਏਗੀ। ਤਾਂ ਬਾਕਸ ਏ ਦੇ ਵਿੱਚ ਜਿਹੜੀ ਪਹਿਲਾ ਫੀਲਿੰਗ ਹੈ, ਪਹਿਲਾ ਸੈਂਟੈਂਸ ਜੋ ਫੀਲਿੰਗ ਨੂੰ ਰਿਪਰੈਜ਼ੈਂਟ ਕਰਦਾ ਹੈ, ਦ ਪਲੇਜ਼ੈਂਟ ਸਟੇਟ ਆਫ ਫੀਲਿੰਗ ਲੇਜ਼ੀ ਐਂਡ ਵਿਦਾਊਟ ਐਨਰਜੀ। ਅਜਿਹੀ ਹਾਲਤ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਿਨਾਂ ਐਨਰਜੀ ਤੋਂ, ਬਿਨਾਂ ਊਰਜਾ ਤੋਂ ਪਾਉਂਦੇ ਹਾਂ ਕਿ ਸਾਡੇ ਅੰਦਰ ਕੰਮ ਕਰਨ ਦੀ ਸਮਰੱਥਾ ਹੀ ਨਹੀਂ ਰਹੀ, ਬੜਾ ਲੇਜ਼ੀ ਜਿਹਾ ਆਪਣੇ ਆਪ ਨੂੰ ਫੀਲ ਕਰਦੇ ਹਾਂ। ਤਾਂ ਇਹ ਜਿਹਾ ਵਰਡ ਕਿਹੜਾ ਸੀ? ਲੈਂਗਰ। ਤਾਂ ਲੈਂਗਰ ਸ਼ਬਦ ਬੱਚਿਓ ਇਹ ਆਇਆ ਸੀ ਸਾਡੇ ਚੈਪਟਰ ਦੇ ਵਿੱਚ। ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਇਸ ਦਾ ਜੋ ਰਿਸਪੈਕਟਿਵ ਐਪਰੋਪਰੀਏਟ ਵਰਡ ਕੀ ਬਣਦਾ ਹੈ? ਲੈਂਗਰ। ਦੂਸਰੀ ਹੈ ਅ ਵੈਰੀ ਸਟਰੋਂਗ ਫੀਲਿੰਗ ਆਫ ਲਵ, ਹੇਟਰਡ, ਐਂਗਰ। ਜਦੋਂ ਬਹੁਤ ਹੀ ਜ਼ਿਆਦਾ ਅਸੀਂ ਕਿਸੇ ਨਾਲ ਪਿਆਰ ਕਰੀਏ ਜਾਂ ਉਸ ਨੂੰ ਨਫ਼ਰਤ ਕਰੀਏ ਜਾਂ ਉਸ ਨਾਲ ਅਸੀਂ ਗੁੱਸੇ ਹੋ ਜਾਈਏ, ਬਹੁਤ ਹੀ ਜ਼ਿਆਦਾ ਅਸੀਂ ਇਸ ਤਰ੍ਹਾਂ ਦੇ ਕੰਮ ਕਰੀਏ, ਤਾਂ ਉਹਦੇ ਲਈ ਅਸੀਂ ਪੈਸ਼ਨ, ਅਸੀਂ ਕਹਿੰਦੇ ਕਿ ਪੈਸ਼ਨੇਟ ਹੋ ਗਏ। ਤਾਂ ਇਹਦਾ ਆਨਸਰ ਅਸੀਂ ਕਹਾਂਗੇ ਪੈਸ਼ਨ। ਤੇ ਇਹ ਵਾਲਾ ਜਿਹੜੀ ਫੀਲਿੰਗ ਹੈ ਇਹ ਪੈਸ਼ਨ ਵਰਡ ਨਾਲ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ। ਥਰਡ ਹੈਗਾ ਜੀ ਸਾਡੇ ਕੋਲੇ ਦਾ ਸਟੇਟ ਆਫ ਫੀਲਿੰਗ ਨਰਵਸ ਔਰ ਵਰੀਡ ਦੈਟ ਸਮਥਿੰਗ ਬੈਡ ਇਜ਼ ਗੋਇੰਗ ਟੂ ਹੈਪਨ। ਅਜਿਹੀ ਫੀਲਿੰਗ ਜਿਸ ਦੇ ਨਾਲ ਅਸੀਂ ਨਰਵਸ ਹੋ ਜਾਈਏ ਜਾਂ ਵਰੀਡ, ਚਿੰਤਾ ਲੱਗ ਜੇ ਸਾਨੂੰ ਕਿ ਕੁਝ ਗਲਤ ਹੋਣ ਵਾਲਾ ਸਾਡੇ ਨਾਲ, ਤਾਂ ਉਸ ਦੇ ਲਈ ਅਸੀਂ ਬੱਚਿਓ ਵਰਡ ਯੂਜ਼ ਕਰਦੇ ਹਾਂ ਐਂਗਜ਼ਾਇਟੀ। ਐਂਗਜ਼ਾਇਟੀ ਸ਼ਬਦ ਵੀ ਸਾਡੇ ਚੈਪਟਰ 'ਚ ਆਇਆ, ਤਾਂ ਅਸੀਂ ਇਸ ਦਾ ਆਨਸਰ ਇਹ ਲਿਖਾਂਗੇ। ਫੋਰਥ ਫੀਲਿੰਗ ਹੈ ਅ ਫੀਲਿੰਗ ਆਫ ਗ੍ਰੇਟ ਪਲੇਜ਼ਰ, ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਣਾ, ਬਹੁਤ ਹੀ ਜ਼ਿਆਦਾ ਪ੍ਰਸੰਨਤਾ ਮਿਲਣੀ। ਤਾਂ ਅਸੀਂ ਉਸ ਦੇ ਲਈ ਲਿਖਦੇ ਹਾਂ ਬੱਚਿਓ ਡਿਲਾਈਟ। ਇਹ ਕਾਫੀ ਕਾਮਨ ਵਰਡ ਹੈ, ਤੁਹਾਨੂੰ ਪਤਾ ਹੋਣਾ। ਤਾਂ ਇਹਦਾ ਆਨਸਰ ਹੋ ਗਿਆ ਡਿਲਾਈਟ। ਫਿਫਥ ਸਾਡਾ ਸੈਂਟੈਂਸ ਹੈ ਅ ਫੀਲਿੰਗ ਆਫ ਗ੍ਰੇਟ ਸੈਡਨੈਸ। ਇਹ ਫੋਰਥ ਦਾ ਉਲਟ ਹੋ ਗਿਆ। ਜਦੋਂ ਅਸੀਂ ਬਹੁਤ ਜ਼ਿਆਦਾ ਦੁਖੀ ਹੋ ਜਾਈਏ, ਗ੍ਰੇਟ ਸੈਡਨੈਸ। ਸੋਰੋ, ਇਹ ਵਰਡ ਤੁਹਾਨੂੰ ਪਤਾ ਬੱਚਿਓ ਐਂਡ ਵਿੱਚ ਆਇਆ ਹੈ ਚੈਪਟਰ ਦੇ, ਜਦੋਂ ਹੈਲਨ ਕੈਲਰ ਸੋਰੋਫੁਲ ਹੋ ਜਾਂਦੀ ਹੈ, ਉਸ ਨੂੰ ਮਹਿਸੂਸ ਹੁੰਦਾ ਕਿ ਜੋ ਮੈਂ ਕੀਤਾ ਡੋਲ ਨੂੰ ਤੋੜ ਕੇ ਗਲਤ ਕੀਤਾ। ਸਿਕਸਥ sentence ਹੈ feeling of pleasure and satisfaction when you have done something well and admirable। ਜਦੋਂ ਅਸੀਂ ਕੋਈ ਅਜਿਹਾ ਕੰਮ ਕਰੀਏ ਜਿਸ ਦੇ ਨਾਲ ਸਾਨੂੰ ਇੱਕ ਸੈਟਿਸਫੈਕਸ਼ਨ ਦੀ ਫੀਲਿੰਗ ਮਿਲੇ, ਅਸੀਂ ਹਾਂ ਇੱਕ ਚੰਗਾ ਕੰਮ ਕੀਤਾ ਹੈ, ਇਸ ਤਰ੍ਹਾਂ ਦੀ ਫੀਲਿੰਗ ਸਾਡੇ ਅੰਦਰ ਆਵੇ, ਇੱਕ ਚੰਗੀ ਫੀਲਿੰਗ ਆਵੇ, ਅਸੀਂ ਉਸ ਨੂੰ ਕੀ ਕਹਾਂਗੇ? ਤਾਂ ਉਹ ਹੈ ਜੀ ਪ੍ਰਾਈਡ। ਮਾਣ ਮਹਿਸੂਸ ਹੁੰਦਾ ਸਾਨੂੰ ਆਪਣੇ ਆਪ ਤੇ, ਤਾਂ ਅਸੀਂ ਇਸ ਦਾ ਆਨਸਰ ਲਿਖ ਦਿੰਦੇ ਹਾਂ ਪ੍ਰਾਈਡ। ਲਾਸਟ ਸੈਂਟੈਂਸ ਹੈ ਅ ਫੀਲਿੰਗ ਆਫ ਲੋਸਟ ਆਲ ਹੋਪ। ਸਾਰੀਆਂ ਜਦੋਂ ਸਾਡੀਆਂ ਹੋਪਸ ਖਤਮ ਹੋ ਜਾਣ ਤਾਂ ਉਦੋਂ ਅਸੀਂ ਕਹਿੰਦੇ ਹਾਂ ਡੈਸਪੇਅਰ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਜਦੋਂ ਅਸੀਂ ਬਿਲਕੁਲ ਨਿਰਾਸ਼ਹੀਨ ਹੋ ਜਾਈਏ, ਮਤਲਬ ਸਾਨੂੰ ਇੰਨੀ ਜ਼ਿਆਦਾ ਨਿਰਾਸ਼ਾ ਆ ਜਾਏ ਕਿ ਸਾਨੂੰ ਕੁਝ ਆਸ ਹੀ ਨਾ ਰਹੇ। ਇਹ ਤੁਹਾਨੂੰ ਪਤਾ ਬੱਚਿਓ ਜਿਸ ਪੈਰੇ ਦੇ ਵਿੱਚ ਹੈਲਨ ਕੈਲਰ ਨੇ ਆਪਣੇ ਆਪ ਨੂੰ ਸ਼ਿਪ ਦੇ ਨਾਲ ਕੀਤਾ ਸੀਗਾ ਕਿ ਜਿਸ ਤਰ੍ਹਾਂ ਸ਼ਿਪ ਭਟਕਦਾ ਰਹਿੰਦਾ ਹੈ, ਉਸੇ ਤਰ੍ਹਾਂ ਮੇਰੀ ਵੀ ਕੋਈ ਡਾਇਰੈਕਸ਼ਨ ਨਹੀਂ ਸੀ ਲਾਈਫ ਦੀ, ਤਾਂ ਉੱਥੇ ਵਰਡ ਆਇਆ ਸੀ। ਤਾਂ ਉਮੀਦ ਹੈ ਬੱਚਿਓ ਕਿ ਇਹ ਜਿਹੜੇ ਵਰਡਸ ਨੇ ਤੁਹਾਨੂੰ ਸਾਰੇ ਕਲੀਅਰ ਹੋ ਗਏ ਹੋਣਗੇ। ਹੁਣ ਅਸੀਂ ਸੈਕਿੰਡ ਐਕਸਰਸਾਈਜ਼ ਵੱਲ ਰੁਕ ਕਰਦੇ ਹਾਂ। ਸਟੂਡੈਂਟਸ, ਅਸੀਂ ਆਪਣੀ ਵੋਕੈਬਲਰੀ ਪ੍ਰੈਕਟਿਸ ਦੀ ਸੈਕਿੰਡ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਇਸ 'ਚ ਲਿਖਿਆ ਕਿ ਲਿਸਟ ਆਫ ਨਾਊਨਸ ਇਜ਼ ਗਿਵਨ ਬਿਲੋ। ਸਾਡੇ ਕੋਲੇ ਕੁਝ ਨਾਊਨਸ ਦੀ ਲਿਸਟ ਹੈ, ਟੋਟਲ 9 ਵਰਡਸ ਨੇ, ਸਾਰੇ ਦੇ ਸਾਰੇ ਨਾਊਨਸ ਨੇ। ਸਾਨੇ ਉਹਨਾਂ ਨਾਊਨ ਦੇ ਵਿੱਚ ਇਹ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਸਿੰਗੂਲਰ ਨਾਊਨਸ ਕਿਹੜੇ ਨੇ, ਪਲੂਰਲ ਕਿਹੜੇ ਨੇ, ਤੇ ਉਹ ਕਿਹੜੇ ਨਾਊਨਸ ਨੇ ਜਿਨ੍ਹਾਂ ਦੇ ਨਾਲ ਅਸੀਂ ਆ ਪੈਰ ਆਫ ਲਗਾ ਸਕਦੇ ਹਾਂ। ਤਾਂ ਸਭ ਤੋਂ ਪਹਿਲਾ ਨਾਊਨ ਹੈ ਬੱਚਿਓ ਮੀਜ਼ਲਸ। ਤੁਹਾਨੂੰ ਪਤਾ ਹੈ ਬੱਚਿਓ ਕਿ ਜਿਹੜਾ ਇੱਕ ਬਿਮਾਰੀ ਹੈ, ਚੇਚਕ ਦੀ ਬਿਮਾਰੀ, ਮਾਤਾ ਕਹਿ ਦਿੰਦੇ ਆ ਇਹਨੂੰ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਕਈ ਬੱਚੇ ਕਹਿਣਗੇ ਕਿ ਸਾਰਿਆਂ ਦੇ ਪਿੱਛੇ, ਸਾਰੇ ਵਰਡਸ ਦੇ ਪਿੱਛੇ ਐਸ ਲੱਗਿਆ ਹੋਇਆ, ਜਿਵੇਂ ਮੀਜ਼ਲਸ, ਔਡਸ, ਗੁਡਸ, ਨਿਊਜ਼, ਤਾਂ ਇਹ ਸਾਰੀ ਪਲੂਰਲ ਹੋਣਗੇ। ਤਾਂ ਬੱਚਿਓ ਐਵੇਂ ਨਹੀਂ ਹੁੰਦਾ, ਇਹ ਤਾਂ ਹੀ ਕੁੰਡੀ ਵਾਲਾ ਇਹ ਇੱਕ ਐਕਸਰਸਾਈਜ਼ ਹੈ। ਮੀਜ਼ਲਸ ਇੱਕ ਅਨਕਾਊਂਟੇਬਲ ਨਾਊਨ ਹੈ ਬੇਸਿਕਲੀ, ਇਹ ਬਿਮਾਰੀ ਨੂੰ ਕਿਹਾ ਗਿਆ ਹੈ। ਇਸ ਕਰਕੇ ਅਸੀਂ ਇਸ ਨੂੰ, ਕਿਉਂਕਿ ਹੁਣ ਸਾਡੇ ਕੋਲ ਇੱਥੇ ਅਨਕਾਊਂਟੇਬਲ ਤਾਂ ਨਹੀਂ ਲਿਖਿਆ ਹੋਇਆ, ਤਾਂ ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ ਇਹ ਸਿੰਗੂਲਰ ਨਾਊਨ ਹੈ। ਤਾਂ ਅਸੀਂ ਇਸ ਨੂੰ ਮੀਜ਼ਲਸ ਨੂੰ ਸਿੰਗੂਲਰ ਪਾ ਦਿੰਦੇ ਹਾਂ ਕਿ ਇਸ ਨੂੰ ਅਸੀਂ ਇੱਕ ਵਚਨ ਦੇ ਨਾਲ ਕਹਿ ਸਕਦੇ ਹਾਂ ਕਿਉਂਕਿ ਬਿਮਾਰੀ ਹੈ ਇਹ। ਇਸੇ ਤਰ੍ਹਾਂ ਬੱਚਿਓ ਫੋਨੈਟਿਕਸ ਵੀ ਜਿਸ ਤਰ੍ਹਾਂ ਸਾਡੇ ਸਪੀਚ ਸਾਊਂਡਸ ਹੁੰਦੀਆਂ ਅੰਗਰੇਜ਼ੀ ਦੀਆਂ ਕਿ ਅਸੀਂ ਕਿਸ ਤਰ੍ਹਾਂ ਬੋਲ ਸਕਦੇ ਹਾਂ ਕਿਸੇ ਵਰਡ ਨੂੰ, ਤਾਂ ਉਹਨਾਂ ਦੀ ਇੱਕ ਪੂਰੀ ਡਿਟੇਲ ਸਟੱਡੀ ਹੁੰਦੀ ਹੈ, ਉਹਨੂੰ ਅਸੀਂ ਫੋਨੈਟਿਕਸ ਕਹਿੰਦੇ ਹਾਂ। ਤਾਂ ਇਹ ਵੀ ਇੱਕ ਤਰ੍ਹਾਂ ਦਾ, ਵੈਸੇ ਤਾਂ ਅਨਕਾਊਂਟੇਬਲ ਨਾਊਨ ਹੈ, ਤਾਂ ਫਿਰ ਵੀ ਅਸੀਂ ਇਸ ਨੂੰ ਸਿੰਗੂਲਰ ਕਹਿ ਸਕਦੇ ਹਾਂ, ਤਾਂ ਇਹ ਵੀ ਸਾਡਾ ਨਾਊਨ ਕੀ ਹੋ ਗਿਆ? ਸਿੰਗੂਲਰ। ਤੀਸਰਾ ਵਰਡ ਹੈ ਜੀ ਪਲਾਇਸ। ਪਲਾਇਸ ਤੁਹਾਨੂੰ ਬੱਚਿਓ ਪਤਾ ਹੈ ਕਿ ਇੱਕ ਟੂਲ ਹੈ, ਪਲਾਸ ਨੂੰ ਕਿਹਾ ਜਾਂਦਾ ਹੈ। ਤਾਂ ਇਹ ਪਲੂਰਲ ਦੇ ਤੌਰ 'ਤੇ ਅਸੀਂ ਵਰਤ ਸਕਦੇ ਹਾਂ, ਤਾਂ ਇਹ ਪਲੂਰਲ ਨਾਊਨ ਹੈ ਸਾਡਾ, ਬਹੁਵਚਨ ਨਾਊਨ। ਔਡਸ,
ਓਡਸ ਦਾ ਮਤਲਬ ਚਾਂਸਿਸ ਹੁੰਦਾ ਬੱਚਿਓ, ਜਦੋਂ ਅਸੀਂ ਕਹਿੰਦੇ ਹਾਂ ਕਿ ਕਾਫੀ ਓਡਸ ਨੇ ਕਿ ਇਹ ਟੀਮ ਜਿੱਤ ਜਾਵੇ ਹੈ ਨਾ, ਇਸ ਤਰ੍ਹਾਂ ਕਹਿ ਦਿੰਦੇ ਹਾਂ, ਤਾਂ ਇਹ ਵੀ ਪਲੂਰਲ ਦੇ ਤੌਰ ਤੇ ਬੱਚਿਓ ਯੂਜ਼ ਹੁੰਦਾ ਹੈ, ਤਾਂ ਅਸੀਂ ਇਸ ਨੂੰ ਪਲੂਰਲ ਨਾਊਨ ਕਹਿ ਦਿੰਦੇ ਹਾਂ। ਨੈਕਸਟ ਵਰਡ ਹੈ ਬੱਚਿਓ ਸਨ ਗਲਾਸਿਸ। ਤੁਹਾਨੂੰ ਪਤਾ ਬੱਚਿਓ ਗੋਗਲਸ, ਧੁੱਪ ਵਾਲੇ ਜਿਹੜੇ ਅਸੀਂ ਆ ਲਗਾਉਂਦੇ ਹਾਂ ਚਸ਼ਮੇ, ਧੁੱਪ ਤੋਂ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ, ਉਹਨੂੰ ਸਨ ਗਲਾਸਿਸ ਕਹਿ ਦਿੰਦੇ ਆ। ਤਾਂ ਇਹਦੇ ਨਾਲ ਬੱਚਿਓ ਆ ਪੇਅਰ ਆਫ ਵਰਡ ਯੂਜ਼ ਹੋ ਜਾਂਦਾ ਹੈ। ਆ ਪੇਅਰ ਆਫ ਸਨ ਗਲਾਸਿਸ ਤਾਂ ਅਸੀਂ ਇੱਥੇ ਲਗਾ ਸਕਦੇ ਹਾਂ ਸਨ ਗਲਾਸਿਸ ਦੇ ਲਈ। ਸੇਮ ਬਾਇਨੋਕੂਲਰਸ ਦੇ ਦੂਰਬੀਨ ਨੂੰ ਕਿਹਾ ਜਾਂਦਾ ਹੈ, ਤਾਂ ਇਹਦੇ ਨਾਲ ਵੀ ਅਸੀਂ ਆ ਪੇਅਰ ਆਫ ਬਾਇਨੋਕੂਲਰਸ ਕਹਿ ਸਕਦੇ ਹਾਂ। ਤਾਂ ਇਹ ਦੋਨਾਂ ਦੇ ਨਾਲ ਅਸੀਂ ਆ ਪੇਅਰ ਆਫ ਵਰਡਸ ਆ ਵਾਲਾ ਲਗਾ ਸਕਦੇ ਹਾਂ। ਨੈਕਸਟ ਹੈ ਗੁੱਡਸ, ਚੀਜ਼ਾਂ ਨੂੰ ਕਿਹਾ ਜਾਂਦਾ ਹੈ। ਇਹ ਹਮੇਸ਼ਾ ਪਲੂਰਲ ਦੇ ਤੌਰ ਤੇ ਬੱਚਿਓ ਯੂਜ਼ ਹੁੰਦਾ ਹੈ ਗੁੱਡਸ। ਨੈਕਸਟ ਨਿਊਜ਼, ਨਿਊਜ਼ ਬੇਸਿਕਲੀ ਬੱਚਿਓ ਇਹ ਸਿੰਗੂਲਰ ਦੇ ਹਿਸਾਬ ਨਾਲ ਯੂਜ਼ ਹੁੰਦਾ ਹੈ। ਇਸ ਨੂੰ ਇਹ ਨਾ ਸਮਝ ਲਿਓ ਕਿ ਨਿਊਜ਼ ਖਬਰਾਂ ਨੂੰ ਕਿਹਾ ਜਾਂਦਾ ਹੈ, ਕਿਸੇ ਖਬਰ ਨੂੰ ਵੀ ਨਿਊਜ਼ ਹੀ ਕਿਹਾ ਜਾਂਦਾ। ਜੇ ਕੋਈ ਲੇਟੈਸਟ ਨਿਊਜ਼ ਉਹਨੂੰ ਵੀ ਆਪਾਂ ਹੀ ਕਹਿੰਦੇ ਕਿ ਕੀ ਲੇਟੈਸਟ ਨਿਊਜ਼ ਹੈ, ਤਾਂ ਇਸ ਨੂੰ ਸਿੰਗੂਲਰ ਦੇ ਤੌਰ ਤੇ ਵੈਸੇ ਯੂਜ਼ ਕਰ ਲਿਆ ਜਾਂਦਾ ਹੈ। ਬੇਸਿਕ ਸ਼ਬਦ ਜਿਹੜਾ ਸਾਡਾ ਬੇਸਿਕਲੀ ਜਿਹੜਾ ਹੈ ਇਹ ਸ਼ਬਦ ਇਹ ਇੰਪੋਰਟੈਂਟ ਫੈਕਟਸ ਨੂੰ ਕਿਹਾ ਜਾਂਦਾ ਹੈ। ਕਾਫੀ ਸਾਰੇ ਜਿਹੜੇ ਸਾਡੇ ਜ਼ਰੂਰੀ ਤੱਥ ਹੋਣੇ ਉਹਨੂੰ ਅਸੀਂ ਬੇਸਿਕਸ ਕਹਿੰਦੇ ਹਾਂ, ਤਾਂ ਇਸ ਨੂੰ ਵੀ ਅਸੀਂ ਐਜ਼ ਆ ਪਲੂਰਲ ਸ਼ਬਦ ਯੂਜ਼ ਕਰ ਲੈਂਦੇ ਹਾਂ। ਤਾਂ ਇਸ ਤਰ੍ਹਾਂ ਬੱਚਿਓ ਇਹ ਸਾਡੀ ਐਕਸਰਸਾਈਜ਼ ਕੰਪਲੀਟ ਹੁੰਦੀ ਹੈ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਤਾਂ ਸਟੂਡੈਂਟਸ ਇਸ ਤਰ੍ਹਾਂ ਅਸੀਂ ਦਾ ਸਟੋਰੀ ਆਫ ਮਾਈ ਲਾਈਫ ਦੇ ਕੁਝ ਛੋਟੇ ਕੁਐਸਚਨਸ ਅਤੇ ਕੁਝ ਐਕਸਰਸਾਈਜ਼ਿਸ ਸਾਨੇ ਅੱਜ ਡਿਸਕਸ ਕੀਤੀਆਂ ਨੇ। ਉਮੀਦ ਹੈ ਕਿ ਤੁਹਾਨੂੰ ਸਾਰੀਆਂ ਸਮਝ ਆ ਗਈਆਂ ਹੋਣਗੀਆਂ। ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਅਸੀਂ ਕੋਈ ਹੋਰ ਚੈਪਟਰ ਬੱਚਿਓ ਕਰਾਂਗੇ ਅਤੇ ਉਸ ਦੀਆਂ ਫਿਰ ਐਕਸਰਸਾਈਜ਼ਿਸ ਵੀ ਕਰਾਂਗੇ। ਧੰਨਵਾਦ।